हेलो, नमस्कार। मैं आपके साथ सर्वेश कुमार TRTI टीवी पर आपका स्वागत है। तो चलिए शुरू करते हैं। सत श्री अकाल जी। किसान एकता मोर्चे तो लाइव होए हाँ साडे नाल दुआबे तो भारती किसान यूनियन दुआबा के प्रधान मनजीत सिंह राय जी ने। तुसी वध तो वध नाल जुड़ जो, इस वीडियो नूं शेयर कर दिओ। अज बहुत सारियां डिटेल दे विच गल्लां अंदोलन नूं लैके करांगे कि जो इकट्ठ अंदोलन दे विच वध रहा है, सरकार की सोच रही है, अगे दी रणनीति अंदोलन किस दिशा नूं जा रहा है, किस दिशा नूं लैके जाणगे आगू। करोना दे उपर भी गल करांगे कि सरकार दा की फेलीयर है। तुसी वध तो वध नाल जुड़ो तां जो असीं जो अपनी कन्वर्सेशन है, जो अपनी गलबात है, वो मनजीत राय जी दे नाल शुरू कर सकीए। इनू वध तो वध वीडियो नूं शेयर भी कर दिओ तां जो हर किसी तक ये मैसेज पहुँच सके। राय साहब, सब तो पहला तो तुहाडा कल एक वड्डा जत्था लैके आउण लई बहुत बहुत धन्नवाद। बहुत बहुत धन्नवाद जी, ਜਿਹੜੇ ਸਾਥੀ ਸਾਡੇ ਨਾਲ ਆਏ ਨੇ, ਕਿਉਂਕਿ ਪਹਿਲਾਂ ਕਾਲ ਜਿਹੜੀ ਕੀਤੀ ਸੀ, ਇਹ ਕਾਲ ਦਿੱਤੀ ਗਈ ਸੀ ਲਗਭਗ 9 ਤਰੀਕ ਦੀ ਸਾਡੀ ਜਥੇਬੰਦੀ ਵੱਲੋਂ। ਜਦੋਂ ਸਾਡੀ ਜਥੇਬੰਦੀ ਨੇ ਕਾਲ ਦਿੱਤੀ ਤਾਂ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਜੀ। ਤਾਂ ਫਿਰ ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਲਿਆ ਗਿਆ ਕਿ ਆਪਾਂ ਸਾਰੇ ਇਕੱਠੇ ਆਈਏ ਤੇ ਇਹਨੂੰ 10 ਤਰੀਕ ਦਾ ਕਰ ਲਿਆ ਜਾਵੇ ਜੀ। ਫਿਰ ਸਾਰਿਆਂ ਦੀ ਸਹਿਮਤੀ ਨਾਲ ਇਸ ਕਾਲ ਨੂੰ 10 ਤਰੀਕ ਦਾ ਕੀਤਾ ਗਿਆ। ਔਰ ਇਹ ਕਾਫਲਾ ਪਹਿਲਾਂ ਪਿੱਛੋਂ ਫਗਵਾੜਾ ਤੋਂ ਤੋਰਿਆ। ਸਾਡਾ ਦੁਆਬੇ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਹੈੱਡਕੁਆਟਰ ਹੈ ਉਹ ਫਗਵਾੜੇ ਹੈ। ਸਾਡਾ ਉੱਥੇ ਲੰਗਰ ਚੱਲਦਾ ਨਿਰੰਤਰ ਪਹਿਲੇ ਦਿਨ ਤੋਂ, ਜਦੋਂ ਤੋਂ ਅੰਦੋਲਨ ਚੱਲਦਾ ਹਾਈਵੇ ਦੇ ਉੱਪਰ। ਹਾਈਵੇ ਦੇ ਉੱਪਰ। ਸੋ ਉੱਥੇ ਇਕੱਤਰ ਹੋ ਕੇ ਉੱਥੋਂ ਕਾਫਲਾ ਤੋਰਿਆ। ਫਿਰ ਅੱਗੇ ਸਾਡੀਆਂ ਜਥੇਬੰਦੀਆਂ ਜਿੰਨੀਆਂ ਵੀ ਸਨ, ਸਾਡੀ ਆਪਣੀ ਜਥੇਬੰਦੀ ਦੇ ਵੀ ਅਗਲੇ ਸਰਕਲ, ਉਹ ਸਾਰੇ ਦੇ ਸਾਰੇ ਫਲੋਰ ਸੀਗੇ। ਉਸ ਤੋਂ ਅੱਗੇ ਫਿਰ ਜੁੜਦੇ ਗਏ ਲੁਧਿਆਣੇ ਤੋਂ, ਰਾਜਪੁਰੇ ਤੋਂ, ਪਟਿਆਲੇ ਤੋਂ, ਉਹ ਸਾਰੇ ਸ਼ੰਭੂ ਤੱਕ ਅਸੀਂ ਇਕੱਠੇ ਹੋਣਾ ਸੀ। ਔਰ ਸ਼ੰਭੂ ਤੱਕ ਆਉਂਦੇ ਆਉਂਦੇ ਕਈ ਹਜ਼ਾਰ ਗੱਡੀਆਂ ਦਾ ਕਾਫਲਾ ਹੋ ਗਿਆ। ਔਰ ਜਿਹਦੇ ਵਿੱਚ ਸਾਡੇ ਉੱਥੇ ਆਗੂ ਸਨ ਸਤਨਾਮ ਸਿੰਘ ਬਹਿਰੂ ਜੀ, ਹਰਮੀਤ ਕਾਦੀਆਂ ਜੀ, ਪ੍ਰੇਮ ਸਿੰਘ ਭੰਗੂ ਜੀ, ਮੇਹਰ ਸਿੰਘ ਥੇੜੀ ਜੀ, ਹਰਿੰਦਰ ਸਿੰਘ ਲਖਵਾਲ ਜੀ। ਸੋ ਇਹਨਾਂ ਆਗੂਆਂ ਨੇ ਉੱਥੇ ਜਦੋਂ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਦੋਂ ਤੋਰਿਆ ਕਾਫਲਾ, ਤਾਂ ਸਤਨਾਮ ਸਿੰਘ ਬਹਿਰੂ ਨੇ ਆਖਿਆ ਕਿ ਕਾਲ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਸੀ, ਇਸ ਕਰਕੇ ਇਸ ਦੀ ਅਗਵਾਈ ਮਨਜੀਤ ਸਿੰਘ ਰਾਏ ਕਰੇਗਾ। ਸੋ ਮਾਲਕ ਦੀ ਕਿਰਪਾ ਦੇ ਨਾਲ ਜੋ ਮੈਨੂੰ ਹੁਕਮ ਲੱਗਿਆ, ਫਿਰ ਮੇਰੀ ਅਗਵਾਈ ਦੇ ਵਿੱਚ ਉਹ ਲਗਭਗ 5000 ਗੱਡੀਆਂ ਦਾ ਕਾਫਲਾ ਤੁਰਿਆ। ਖਾਸ ਕਰ ਇਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਪਲੇਅਰ ਨੇ ਕਬੱਡੀ ਵਾਲੇ, ਉਹਨਾਂ ਦੀ ਵੀ ਸਾਰੀ ਦੀ ਸਾਰੀ ਟੀਮ ਜਿਹੜੀ ਸੀਗੀ, ਉਹ ਸਾਡੇ ਜਿਹੜੇ ਆਰਗੇਨਾਈਜ਼ ਕਰਦੇ ਨੇ ਕਬੱਡੀ ਦੀ, ਟੋਨੀ ਸੰਧੂ ਜੀ ਰੁੜਕੇ ਤੋਂ, ਨੰਨੀ ਗੋਪਾਲਪੁਰੀਆ ਸਾਡੇ ਵੀਰ, ਸਾਡੇ ਜਿਹੜਾ ਨੌਜਵਾਨ ਪਲੇਅਰ ਹੈ ਕਬੱਡੀ ਦਾ, ਔਰ ਉਹਨਾਂ ਦੇ ਸਾਥੀ ਸਾਰੇ ਹੀ, ਉਹ ਸਾਰੇ ਵੱਡੇ ਕਾਫਲੇ ਨਾਲ ਉਹ ਵੀ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਕਾਫਲਾ ਵੱਧਦਾ ਗਿਆ ਤੇ ਅਸੀਂ ਜਦੋਂ ਇੱਥੇ ਪਹੁੰਚੇ ਹਾਂ ਸਿੰਘੂ ਬਾਰਡਰ ਤੇ, ਤਾਂ ਫਿਰ ਬਹੁਤ ਕਤਾਰ ਪਿੱਛੇ ਸੀ। ਮੇਰੀ ਰਾਜੇਵਾਲ ਸਾਹਿਬ ਨਾਲ ਜਦੋਂ ਗੱਲ ਹੋਈ, ਰਾਜੇਵਾਲ ਸਾਹਿਬ ਥੋੜਾ ਪਿੱਛੇ ਰਹਿ ਗਏ ਸਨ, ਉਹ ਗਏ ਹੋਏ ਸਨ ਚੰਡੀਗੜ੍ਹ। ਤਾਂ ਉਹਨਾਂ ਨੂੰ ਅਸੀਂ ਕਿਹਾ ਤੁਸੀਂ ਅੱਗੇ ਆਓ, ਤਾਂ ਉਹਨਾਂ ਨੇ ਕਿਹਾ ਬਈ ਕਾਫਲਾ ਐਡਾ ਲੰਬਾ ਆ, ਭੀੜ ਹੈ, ਮੇਰੇ ਤੋਂ ਗਿਆ ਨਹੀਂ ਜਾ ਰਿਹਾ। ਸੋ ਇਹ ਮਾਲਕ ਦੀ ਕਿਰਪਾ ਸੀ ਵੀ ਕੱਲ ਬਹੁਤ ਵੱਡੀ ਤਾਦਾਦ ਦੇ ਵਿੱਚ ਗੱਡੀਆਂ ਦਾ ਕਾਫਲਾ ਜਿਹੜਾ ਮੁੜ ਕਣਕ ਵੱਢ ਕੇ ਕਿਸਾਨ ਜਿਹੜੇ ਆ ਉਹ ਸਿੰਘੂ ਬਾਰਡਰ ਵੱਲ ਨੂੰ ਆਏ ਨੇ। ਮੁੜ ਉਹ ਜਿਹੜਾ ਉਤਸ਼ਾਹ ਭਰਿਆ ਗਿਆ ਵੀ ਜਿਵੇਂ ਕੁਝ ਕਹਿ ਰਹੇ ਸਨ, ਕੁਝ ਲੋਕ ਜਿਹੜੇ ਸਰਕਾਰੀ ਤੰਤਰ ਕਹਿ ਰਿਹਾ ਸੀ, ਸਰਕਾਰ ਦੇ IT ਵਿੰਗ ਨੇ, ਹੋਰ ਉਹਨਾਂ ਦੇ ਜਿਹੜੇ ਮੀਡੀਆ ਉਹਨਾਂ ਦਾ ਹੈਗਾ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ, ਪ੍ਰਚਾਰ ਰਹੇ ਸਨ ਕਿ ਅੰਦੋਲਨ ਦੀ ਸੰਖਿਆ ਬੜੀ ਘਟ ਗਈ ਹੈ, ਅੰਦੋਲਨ 'ਚ ਨਿਰਾਸ਼ਾ ਹੈ, ਥੋੜ੍ਹੇ ਜਿਹੇ ਲੋਕ ਨੇ ਇਹ ਕਣਕ ਵੱਢਣ ਗਏ ਸਨ। ਔਰ ਇਹਦੀ ਐਗਜ਼ਾਮਪਲ ਦਿੱਤੀ ਹੈ, ਹੁਣ ਉਦਾਹਰਨ ਦਿੱਤੀ ਹੈ ਵੀ ਇਵੇਂ ਕਰਨਗੇ ਇਹ ਲੋਕ, ਫਸਲ ਦੀ ਬਿਜਾਈ ਤੇ ਜਾਇਆ ਕਰਨਗੇ, ਬਿਜਾਈ ਕਰਕੇ ਫਿਰ ਦਿੱਲੀ ਬਾਰਡਰਾਂ ਤੇ, ਫਿਰ ਕਟਾਈ ਕਰਨ ਜਾਇਆ ਕਰਨਗੇ, ਕਟਾਈ ਕਰਕੇ ਫਿਰ ਬਾਰਡਰਾਂ ਤੇ। ਉਹਨਾਂ ਚਿਰ ਹਟਣਗੇ ਨਹੀਂ ਜਿੰਨਾ ਚਿਰ ਤਿੰਨੋਂ ਖੇਤੀ ਦੇ ਕਾਨੂੰਨ, ਜਿਹੜੇ ਕਾਲੇ ਕਾਨੂੰਨ ਸਾਡੇ ਗਲ ਪਾਏ ਨੇ, ਉਹਨੂੰ ਸਰਕਾਰ ਰਿਪੀਲ ਨਹੀਂ ਕਰਦੀ। ਇਹ ਤਾਂ ਰਾਏ ਸਾਹਿਬ ਜੋ ਕੱਲ ਗੁਜ਼ਰ ਚੁੱਕਿਆ ਉਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਕਿੰਨੀ ਤਾਦਾਦ ਦੇ ਵਿੱਚ ਜਥੇਬੰਦੀਆਂ ਦੇ ਵੱਲੋਂ ਵੱਡੇ ਇਕੱਠ ਕਰਕੇ ਇੱਥੇ ਮੋਰਚਿਆਂ ਦੇ ਵਿੱਚ ਲਿਆਂਦੇ ਗਏ ਨੇ। ਆਉਣ ਵਾਲੇ ਕੱਲ ਵੀ ਕੁਝ ਜਥੇਬੰਦੀਆਂ ਆਪਣੇ ਕੇਡਰ ਨੂੰ, ਆਪਣੇ ਇਕੱਠ ਨੂੰ ਨਾਲ ਲੈ ਕੇ ਆ ਰਹੇ ਨੇ।
ਤੇ ਆਮ ਲੋਕਾਂ ਨੂੰ ਵੀ ਕੀ ਅਪੀਲ ਹੈ ਕੱਲ ਵਾਸਤੇ ਵੀ? ਵੇਖੋ, ਇਹ ਜਿਸ ਦਿਨ ਸਰਹੰਦ ਫਤਿਹ ਦਿਵਸ ਹੈ। ਹਾਂ, ਕਿਉਂਕਿ ਅਸੀਂ ਜਿਸ ਦਿਨ ਪਹਿਲਾਂ ਪਲਾਨ ਕੀਤਾ ਸੀ ਤਾਂ ਫਿਰ ਇਹ ਯਕਦਮ ਪਲਾਨ ਕੀਤਾ ਗਿਆ। ਉਹਦੇ ਵਿੱਚ ਕੁਝ ਜਥੇਬੰਦੀਆਂ ਦੀ ਤਿਆਰੀ ਨਹੀਂ ਸੀ ਪੂਰੀ। ਫਿਰ ਉਹਨਾਂ ਨੇ ਕਿਹਾ ਵੀ ਅਸੀਂ 10 ਨੂੰ ਵੀ ਕਾਫਲਾ ਲਿਆਓ, 12 ਨੂੰ ਵੀ ਲਿਆਵਾਂਗੇ। ਉਹ ਵੀ ਸਾਡੇ 32 ਵਿੱਚੋਂ ਹੀ ਨੇ, ਇੱਕੋ ਹੀ ਕੌਲ ਹੈ ਸਾਡੀ। ਉਹ 'ਚ ਵੀ ਸਾਡੇ ਵੀ ਕਾਰਕੁਨ ਹੋਰ ਕਿਸਾਨ ਆਉਣਗੇ ਜਿਹੜੇ ਨਹੀਂ 10 ਨੂੰ ਆ ਸਕੇ। ਸੋ ਕੱਲ ਵੀ ਬਹੁਤ ਵੱਡਾ ਕਾਫਲਾ ਆ ਰਿਹਾ ਸਾਰੀਆਂ ਜਥੇਬੰਦੀਆਂ ਵੱਲੋਂ। ਸਾਡੀਆਂ 32 ਜਥੇਬੰਦੀਆਂ ਦੇ ਵਿੱਚੋਂ ਹੀ ਸਾਰੀਆਂ ਜਥੇਬੰਦੀਆਂ ਨੇ। ਔਰ ਇਹਦੇ ਵਿੱਚ ਮੈਂ ਕਹਾਂਗਾ ਜਿਹੜੇ 10 ਤਰੀਕ ਨੂੰ ਨਹੀਂ ਸ਼ਾਮਲ ਹੋ ਸਕੇ ਕਿਸਾਨ, ਉਹ ਵੀ ਆਉਣ ਔਰ ਇਸ ਕਾਫਲੇ ਨੂੰ ਵੀ ਵੱਡਾ ਕਾਫਲਾ ਬਣਾ ਕੇ ਲਿਆਓ, ਤਾਂ ਕਿ ਇਹ ਜਿਹੜੀ ਸੁੱਤੀ ਹੋਈ ਸਰਕਾਰ ਹੈ, ਜਿਵੇਂ ਕੱਲ ਬਹਿਰੂ ਸਾਹਿਬ ਨੇ ਕਿਹਾ, ਸਤਨਾਮ ਸਿੰਘ ਬਹਿਰੂ ਨੇ ਬੜੀ ਚੰਗੀ ਗੱਲ ਕੀਤੀ। ਉਹਨਾਂ ਵੈਸੇ ਸਰੀਰਕ ਤੌਰ ਤੇ ਥੋੜੀ ਸਿਹਤ ਠੀਕ ਨਹੀਂ ਉਹਨਾਂ ਦੀ, ਪਰ ਉਹਨਾਂ ਨੇ ਬਿਲਕੁਲ ਜਿਹੜਾ ਕਹਿ ਦਿਓ ਕਿ ਸਰਕਾਰ ਨੂੰ ਜਗਾਉਣ ਵਾਸਤੇ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਕਾਫਲਾ ਹੈ ਇਹ ਬਹੁਤ ਵੱਡਾ ਖਬਰਦਾਰ ਕਾਫਲਾ ਇਹਦਾ ਨਾਂ ਦਿੱਤਾ ਜਾਵੇ। ਸਰਕਾਰ ਨੂੰ ਕਿਹਾ ਖਬਰਦਾਰ ਤਿਆਰ ਹੋ ਜਾਏ, ਇਹ ਜੇ ਕਾਨੂੰਨ ਵਾਪਸ ਨਹੀਂ ਲਾਓਗੇ ਇੱਦਾਂ ਹੀ ਕਾਫਲੇ ਭਰ ਕੇ ਦਿੱਲੀ ਨੂੰ ਆਉਣਗੇ ਔਰ ਇਹ ਸਰਕਾਰ ਸੁੱਤੀ ਹੋਈ ਨੂੰ ਜਗਾਉਣਗੇ। ਸੋ ਅਸੀਂ ਹੁਣ ਅਪੀਲ ਕਰਦੇ ਹਾਂ, ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਇਸ ਜਿਹੜਾ ਸਾਡਾ ਕਿਸਾਨ ਏਕਤਾ ਮੋਰਚਾ ਰਾਹੀਂ, ਕਿ ਸਾਰੇ ਕਿਸਾਨ ਜਿੱਥੇ ਮੇਰੀ ਗੱਲ ਸੁਣਦੇ ਨੇ, ਕੱਲ ਦੇ ਜਿਹੜੇ ਕਾਫਲੇ ਆ 12 ਦੇ, ਉਹਨਾਂ 'ਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਜਿਹੜੇ ਨਹੀਂ ਕੱਲ 10 ਨੂੰ ਆ ਸਕੇ, ਉਹ ਸਾਰੇ ਹੀ ਸਾਥੀ ਜਿਹੜੇ ਨੇ ਉਹ 12 ਵਾਲੇ ਕਾਫਲਿਆਂ ਦੇ ਵਿੱਚ ਸ਼ਾਮਲ ਹੋ ਕੇ ਕੱਲ ਨੂੰ ਜਿਹੜੇ ਬਾਰਡਰਾਂ ਵੱਲ ਨੂੰ ਆਉਣ। ਰਾਏ ਸਾਹਿਬ, ਇੱਕ ਬਹੁਤ ਅਹਿਮ ਸਵਾਲ ਹੈ ਜੋ ਸਾਡੇ ਆਮ ਕਿਸਾਨ ਲੋਕ ਪੁੱਛਦੇ ਨੇ ਕਿ ਤਕਰੀਬਨ 6 ਮਹੀਨੇ ਹੋ ਚੱਲੇ ਸਾਨੂੰ ਬਾਰਡਰਾਂ ਤੇ ਬੈਠੇ ਹਾਂ ਤੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਇਵੇਂ ਹੀ ਪੁੱਛਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਅੱਗੇ ਦਿਨ ਆ ਰਹੇ ਨੇ, ਕਿਸ ਤਰੀਕੇ ਨਾਲ ਸਰਕਾਰ ਦੇ ਉੱਪਰ ਦਬਾਅ ਬਣਾਵਾਂਗੇ, ਕਿਸ ਡਾਇਰੈਕਸ਼ਨ ਨੂੰ ਇਹ ਮੋਰਚਾ ਲੈ ਕੇ ਜਾਵਾਂਗੇ, ਕੀ ਰਣਨੀਤੀ ਹੈ ਅੱਗੇ ਦੀ? ਜੋ ਲੋਕ ਪੁੱਛ ਰਹੇ ਨੇ ਉਹਨਾਂ ਨੂੰ ਕੀ ਅਸੀਂ ਜਵਾਬ ਦੇਣਾ ਚਾਹਾਂਗੇ? ਦੇਖੋ, ਮੈਂ ਇੱਕ ਗੱਲ ਆਖਦਾ ਹੁੰਦਾ, ਬਹੁਤ ਵਾਰੀ ਸਟੇਜ ਤੋਂ ਕਿਹਾ ਇਹ ਗੱਲ, ਕਿ ਆਪਾਂ ਇਸ ਅੰਦੋਲਨ ਨੂੰ ਇਸ ਨਜ਼ਰ ਨਾਲ ਨਾ ਵੇਖੀਏ ਕਿ ਜਿਹੜੇ ਤਿੰਨੋਂ ਖੇਤੀ ਕਾਨੂੰਨ ਨੇ ਕੇਵਲ ਉਹਨਾਂ ਨੂੰ ਰੱਦ ਕਰਾਉਣ ਨਾਲ ਹੀ ਮੋਰਚੇ ਦੀ ਜਿੱਤ ਹੋਣੀ ਹੈ। ਉਹ ਤਾਂ ਕਰਾਉਣੇ ਹੀ ਨੇ ਆਪਾਂ। ਤਿੰਨੋਂ ਹੀ ਕਾਨੂੰਨ ਜਿਹੜੇ ਰੱਦ ਕਰਾਉਣੇ ਆ, MSP ਤੇ ਜਿਹੜੀ ਆ ਖਰੀਦ ਗਰੰਟੀ ਕਾਨੂੰਨ ਬਣਾ ਕੇ ਜਾਵਾਂਗੇ। ਪਰ ਉਸਦੇ ਨਾਲ ਹੁਣ ਤੱਕ ਬਹੁਤ ਸਾਰੀਆਂ ਜਿੱਤਾਂ ਜਿੱਤ ਚੁੱਕੇ ਆ। ਔਰ ਖਾਸ ਕਰ ਮੈਂ ਅੱਜ ਵੀ ਸਟੇਜ ਤੋਂ ਬੋਲਿਆ ਸੀ ਕਿ ਭਾਈ ਆਪਾਂ ਸਰਕਾਰ ਦੀਆਂ 5 ਹਾਈਵੇ ਸੜਕਾਂ ਦੱਬ ਕੇ ਬੈਠੇ ਆ। ਔਰ ਤੁਸੀਂ ਵੇਖੋ ਵੀ ਜਿਹੜਾ ਕਬਜ਼ਾ ਕਰਨੇ ਵਾਲਾ ਹੁੰਦਾ ਉਹ ਜਿੱਤ 'ਚ ਹੁੰਦਾ ਹੈ। ਆਪਾਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨ ਜਾਂਦੇ ਆ, ਜਿਹਦੀ ਜ਼ਮੀਨ ਤੇ ਪ੍ਰਾਪਰਟੀ ਤੇ ਹੀ ਕਬਜ਼ਾ ਕਰ ਲਈਏ ਤੇ ਜਿਹਦੀ ਜ਼ਮੀਨ ਉਹਦੇ ਕੋਲੋਂ ਖੋਹ ਲਈਏ ਉਹ ਹਾਰ 'ਚ ਹੁੰਦਾ, ਤੇ ਜਿਹੜਾ ਕਬਜ਼ਾ ਕਰਨੇ ਵਾਲਾ ਹੁੰਦਾ ਉਹ ਜਿੱਤ 'ਚ ਹੁੰਦਾ। ਤੇ ਅਸੀਂ 5 ਹਾਈਵੇ ਸਰਕਾਰ ਦੇ ਖੋਹ ਲਏ ਉਹਦੇ ਕੋਲੋਂ, ਉਹਨਾਂ ਤੇ ਕਬਜ਼ਾ ਕਰਕੇ ਬੈਠੇ ਆ, ਅਸੀਂ ਜਿੱਤ 'ਚ ਬੈਠੇ ਆ। ਔਰ ਇਹ ਵੱਡੀ ਗੱਲ ਹੈ ਕਿ ਇੱਕ ਜਿਹੜੀ 56 ਇੰਚ ਦੀ ਛਾਤੀ ਵਾਲਾ ਨਰਿੰਦਰ ਮੋਦੀ ਹੈ, ਜਿਹੜੀ ਬੜੀਆਂ ਦਹਾੜਾ ਮਾਰਨੇ ਵਾਲੀ ਸਰਕਾਰ ਹੈ, ਮੋਦੀ ਹੈ ਤਾਂ ਮੁਮਕਿਨ ਹੈ, ਅੱਜ ਉਹਨਾਂ ਤੋਂ ਹਾਈਵੇ ਖਾਲੀ ਨਹੀਂ ਕਰਾਏ ਜਾ ਰਹੇ। ਉਹ ਕਿਤੇ ਨਾ ਕਿਤੇ ਹਾਰ 'ਚ ਬੈਠੇ ਨੇ, ਅਸੀਂ ਜਿੱਤ 'ਚ ਬੈਠੇ ਆ। ਦੂਜੀ ਗੱਲ, ਜਿਹੜਾ ਤੁਹਾਡਾ ਸਵਾਲ ਹੈ ਉਹਦੇ ਮੁਤਾਬਕ ਵੀ ਆਪਾਂ ਅੱਗੇ ਕੀ ਕਰਨਾ ਹੈ, ਅੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ 5 ਸਟੇਟਾਂ ਦੀ ਇਲੈਕਸ਼ਨ ਹੋਈ ਹੈ, ਜਿਹਦੇ ਵਿੱਚ 4 ਸਟੇਟਾਂ 'ਚ ਅਸੀਂ BJP ਨੂੰ ਮੂੰਹ ਦੇ ਮੂੰਹ ਸੁੱਟਿਆ, ਔਰ 5ਵੀਂ ਯੂਪੀ ਦੀ ਜਿਹੜੀ ਸਟੇਟ ਦੇ ਵਿੱਚ ਪੰਚਾਇਤਾਂ ਦੀਆਂ ਬਲਾਕ ਸੰਮਤੀ ਦੀਆਂ ਇਲੈਕਸ਼ਨ, ਉਹਦੇ ਵਿੱਚ ਵੀ ਮੂੰਹ ਦੇ ਮੂੰਹ ਸੁੱਟਿਆ, ਹਾਰੇ ਨੇ BJP ਵਾਲੇ। ਔਰ ਇਹ ਕਹਿ ਦਿਓ ਸ਼ੁਰੂਆਤ ਹੈ, ਪੂਰੇ ਭਾਰਤ ਦੇ ਵਿੱਚੋਂ BJP ਦਾ ਸਫਾਇਆ ਕਰ ਦਾਂਗੇ ਜੇਕਰ BJP ਹੁਣ ਵੀ ਸੰਜੀਦਗੀ ਨਾਲ ਇਸ ਗੱਲ ਨੂੰ ਨਹੀਂ ਵਿਚਾਰਦੇ ਵੀ ਆਪਾਂ ਇਹਨਾਂ ਦਾ ਮਸਲਾ ਕਿਸਾਨਾਂ ਦਾ ਹੱਲ ਕਰਨਾ, ਦੇਸ਼ ਦੇ ਅੰਦਾਤਾਂ ਨੂੰ ਖੁਸ਼ ਕਰਕੇ ਵਾਪਸ ਭੇਜਣਾ ਜਾਂ ਨਹੀਂ ਭੇਜਣਾ। ਔਰ ਅਸੀਂ ਇਹੀ ਤਾਂ ਹੀ ਤੇ ਜਿਹੜੀ ਹੁਣ ਸੰਖਿਆ ਵਧਾ ਰਹੇ ਕਿ ਬਿਲਕੁਲ ਬਾਰਡਰਾਂ ਤੇ ਸੰਖਿਆ ਵਧੇ, ਸਰਕਾਰ ਤੇ ਇਸ ਗੱਲ ਦਾ ਦਬਾਅ ਆਏਗਾ ਵੀ ਇਹ ਲੋਕ ਇੰਜ ਨਹੀਂ ਮੁੜਨਗੇ। ਤੁਸੀਂ ਵੇਖਿਆ ਕਿ ਕਿਸੇ ਅੰਦੋਲਨ 'ਚ ਪੱਕੇ ਮਕਾਨ ਬਣੇ, ਇਸ ਅੰਦੋਲਨ 'ਚ ਪੱਕੇ ਮਕਾਨ ਬਣ ਗਏ ਨੇ। ਹੁਣ ਸਾਡਾ ਗੱਡੀਆਂ ਦਾ ਕਾਫਲਾ ਲਿਆਉਣ ਦਾ ਮਕਸਦ ਇਹੀ ਹੈ ਵੀ ਅਸੀਂ ਟਰਾਲੀਆਂ ਲੈ ਕੇ ਨਹੀਂ ਆ ਰਹੇ। ਹੁਣ ਟਰਾਲੀਆਂ ਅਸੀਂ ਕਿਹਾ ਉਹਨਾਂ ਨੇ ਕੰਮ ਕਰੋ, ਜਦੋਂ ਹੁਣ ਇੰਨੇ ਪੈਸੇ ਖਰਚੇ ਨਹੀਂ ਤੇ ਝੁੱਗੀਆਂ ਬਣਾਈਆਂ ਨੇ, ਪੱਕੇ ਮਕਾਨ ਬਣਾਏ ਨੇ, ਤੇ ਹੁਣ ਗੱਡੀਆਂ ਚਾਹੋ ਜਿਵੇਂ ਆਪਾਂ ਦਿੱਲੀ ਨੂੰ ਆਇਆ ਹੀ ਕਰਦੇ ਆ, ਸਾਡੇ ਭੈਣਾਂ ਭਾਈ ਰਿਸ਼ਤੇਦਾਰ ਬਾਹਰੋਂ ਆਉਂਦੇ ਉਹਨਾਂ ਨੂੰ ਲੈਣ ਜਾਣ ਜਾਂਦੇ ਆ, ਉਸ ਤਰੀਕੇ ਨਾਲ ਗੱਡੀਆਂ ਚਾਹੋ ਆਪਣੀ ਹਾਜ਼ਰੀ ਪਾਉਣੀ, ਸੰਖਿਆ ਵਧਾਉਣੀ ਹੈ, ਉਹ ਲੈ ਕੇ ਆਓ। ਜਦੋਂ ਟਰੈਕਟਰ ਟਰਾਲੀਆਂ ਦੀ ਲੋੜ ਹੋ ਫਿਰ ਲੈ ਆਵਾਂਗੇ। ਸੋ ਇਸ ਕਰਕੇ ਸਰਕਾਰ ਤੇ ਬਿਲਕੁਲ ਦਬਾਅ ਹੈ ਇਸ ਗੱਲ ਦਾ। ਸਰਕਾਰ ਹੁਣ ਇਹ ਵੀ ਪਤਾ ਲੱਗ ਰਿਹਾ, ਵੈਸੇ ਤਾਂ ਅੰਡਰਗਰਾਊਂਡ ਗੱਲਾਂ ਜਿਹੜੀਆਂ, ਕਿਉਂਕਿ ਕਈ ਪ੍ਰੈਸ ਵਾਲੇ ਵੀਰ ਜਿਹੜੇ ਆ ਉਹ ਦੱਸ ਦਿੰਦੇ ਨੇ, ਉਹ ਕਹਿੰਦੇ ਨੇ ਵੀ ਕੌਨਫੀਡੈਂਸ਼ੀਅਲ ਗੱਲਾਂ ਹੁੰਦੀਆਂ, ਕਈ ਵਾਰੀ ਇਹ ਪਤਾ ਲੱਗ ਜਾਂਦੀਆਂ ਵੀ BJP ਦੇ ਅੰਦਰ ਬੜਾ ਘਮਾਸਾਨ ਯੁੱਧ ਛਿੜਿਆ ਹੋਇਆ। ਬਿਲਕੁਲ ਉਹਨਾਂ ਦੀ ਆਪਸੀ ਲੜਾਈ ਛਿੜੀ ਹੋਈ, ਜਿਵੇਂ ਕਿ
ਮੇਘਾਲਿਆ ਦੇ ਰਾਜਪਾਲ ਦਾ ਬਾਰ-ਬਾਰ ਬਿਆਨ ਆਉਣਾ ਕਿ ਵੀ ਤੁਸੀਂ ਇਹਨਾਂ ਨੂੰ ਖੁਸ਼ ਕਰਕੇ ਭੇਜੋ, ਇਹਨਾਂ ਦੀ ਗੱਲ ਮੰਨੋ। ਵਿੱਚ ਹੀ ਰਾਜਨਾਥ ਜੀ ਦੇ ਵੀ 1-2 ਬਿਆਨ ਆਏ ਨੇ ਜਿਹੜੇ ਕਿ ਹਾਂ ਪੱਖੀ ਲੱਗਦੇ ਨੇ, ਔਰ ਗਡਕਰੀ ਜੀ ਦੇ ਵੀ ਬਿਆਨ ਆਏ ਨੇ। ਸੋ ਇਹਨਾਂ ਦਾ ਇੱਕ ਘਮਾਸਾਨ ਇਹਨਾਂ ਦੇ ਅੰਦਰ ਵੀ ਜੋ ਲੱਗ ਰਿਹਾ ਗਰੁੱਪਬਾਜੀ ਚੱਲ ਰਹੀ ਹੈ, ਔਰ ਇੱਕ ਗਰੁੱਪ ਕਹਿ ਰਿਹਾ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਵਾਪਸ ਭੇਜੋ। ਪਰ ਉਹ ਖੁੱਲ ਕੇ ਉਦੋਂ ਆਏਗਾ ਸਾਹਮਣੇ ਜਦੋਂ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦਾ ਅਸਤੀਫਾ ਮੰਗ ਲੈਣਗੇ। ਉਹ ਮੈਨੂੰ ਲੱਗਦਾ ਹੈ ਕਿ ਹੁਣ ਇਵੇਂ ਹੋਊਗਾ। ਇਹ ਵੱਡੀ ਜਿੱਤ ਹੋਊਗੀ ਅੰਦੋਲਨ ਦੀ, ਕਿ ਜਿਹੜੀ ਤਾਨਾਸ਼ਾਹ ਸਰਕਾਰ, ਡਿਕਟੇਟਰ ਸਰਕਾਰ ਜਿਹੜੀ ਘੱਟ ਗਿਣਤੀਆਂ ਨੂੰ ਕੱਖ ਨਹੀਂ ਸਮਝਦੀ, ਇਹ ਹੁਣ ਮਤ ਸਮਝੀਏ ਆਪਾਂ। ਮੈਂ ਆਪਣੇ ਕਿਸਾਨ ਵੀਰਾਂ ਨੂੰ ਖਾਸ ਕਰ ਅਪੀਲ ਕਰਕੇ ਕਹਾਂਗਾ ਵੀ ਇਹ ਮਤ ਸਮਝੀਏ ਵੀ ਸਾਡੀ ਇਕੱਲੀ ਕਿਸਾਨੀ ਦੀ ਲੜਾਈ ਹੈ। ਸਾਡੇ ਇਸ ਅੰਦੋਲਨ ਵੱਲ ਨੂੰ ਕੁਝ ਲੋਕ ਜਿਹੜੇ ਘੱਟ ਗਿਣਤੀਆਂ ਵਾਲੇ ਨੇ, ਜਿਨ੍ਹਾਂ ਦੇ ਨਾਲ ਧੱਕਾ ਹੁੰਦਾ, ਗਰੀਬ ਤਬਕਾ, ਉਹ ਲੋਕ ਸਾਰੇ ਵੇਖ ਰਹੇ ਨੇ ਵੀ ਇਸ ਅੰਦੋਲਨ ਦੀ ਜਿੱਤ ਹੁੰਦੀ ਹੈ ਕਿਤੇ ਨਾ ਕਿਤੇ ਇਸ ਸਰਕਾਰ ਦੇ ਮੂਹਰੇ ਆਪਾਂ ਨੱਥ ਪਾ ਕੇ ਜਾਵਾਂਗੇ, ਨਕੇਲ ਕੱਸ ਕੇ ਜਾਵਾਂਗੇ। ਮੁੜ ਕੇ ਇਦਾਂ ਦੇ ਕਾਨੂੰਨ ਨਹੀਂ ਬਣਾਉਗੇ ਜਿਹੜਾ ਕਿਸੇ ਨਾਲ ਧੱਕਾ ਕਰ ਸਕਣ। ਸੋ ਇਸ ਕਰਕੇ ਇਹ ਵੱਡੀਆਂ ਜਿੱਤਾਂ ਨੇ ਹਾਸਲ ਕਰਨੀਆਂ ਨੇ। ਕੋਈ ਗੱਲ ਨਹੀਂ, ਥੋੜਾ ਲੰਬਾ ਵੀ ਹੋਰ ਚੱਲ ਜਾਊ, ਪਰ ਆਪਾਂ ਬਹੁਤ ਵੱਡੀਆਂ ਜਿੱਤਾਂ ਹਾਸਲ ਕਰਾਂਗੇ। ਔਰ ਇਹ ਗੱਲ ਕਲੀਅਰ ਕੱਟ ਹੈ ਕਿ ਸਰਕਾਰ ਨੂੰ ਮੂੰਦੇ ਦੀ ਮੂੰਹ ਕਰਕੇ ਜਾਵਾਂਗੇ, ਮੂੰਦੇ ਦੇ ਮੂੰਹ ਉਹਨੂੰ ਗਿਰਾ ਕੇ ਜਾਵਾਂਗੇ। ਉਹ ਨਹੀਂ ਜਾਂਦੇ ਕਾਨੂੰਨ ਜਿਹੜੇ ਵਾਪਸ ਕਰਾ ਕੇ ਜਾਵਾਂਗੇ। ਬਿਲਕੁਲ ਠੀਕ ਹੈ ਰਾਏ ਸਾਹਿਬ। ਇੱਕ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਸੀ, ਕੁਝ 32 ਦੇ ਵਿੱਚੋਂ ਕੁਝ ਮੈਂਬਰ ਚੁਣੇ ਗਏ ਸੀ, ਤੁਸੀਂ ਵੀ ਉਹਦਾ ਹਿੱਸਾ ਸੀ। ਇੱਕ ਵਫਦ ਗਿਆ ਸੀ। ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਉਹ ਵਫਦ ਉਸ ਟਾਈਮ ਸਰਕਾਰ ਨਾਲ ਮਿਲਿਆ ਸੀ, ਉਸ ਵਫਦ ਦੀ ਅੱਜ ਦੀ ਡੇਟ ਦੇ ਵਿੱਚ ਵੀ ਸਰਕਾਰ ਨਾਲ ਕੋਈ ਨਾ ਕੋਈ ਗੁਪਤ ਗੱਲਬਾਤ ਜਾਂ ਮੀਟਿੰਗ ਚੱਲ ਰਹੀ ਹੈ। ਕੀ ਕੋਈ ਇਦਾਂ ਦੀ ਗੱਲਬਾਤ ਹੈ? ਨਹੀਂ, ਵੇਖੋ ਮੈਂ ਪਰਸਨਲ ਆਪਣੀ ਗੱਲ ਕਰਾਂਗਾ, ਕਿਉਂਕਿ ਵੈਸੇ ਤਾਂ ਕਿਸੇ ਆਗੂ ਦੀ ਨਹੀਂ, ਜੇਕਰ ਹੁੰਦੀ ਤਾਂ ਉਹਨਾਂ ਨੇ ਸਾਡੇ ਨਾਲ ਡਿਸਕਸ ਸਾਂਝੀ ਕਰ ਲੈਂਦੇ ਨੇ, ਕਿਉਂਕਿ ਸਾਡਾ ਬੜਾ ਇੱਕ ਦੂਜੇ ਤੇ ਭਰੋਸਾ ਬਣਿਆ ਹੋਇਆ ਹੈ। ਤਾਈਓ ਅਸੀਂ ਇਕੱਠੇ ਹਾਂ ਜੋ ਪੰਜਾਬ ਤੋਂ ਆਏ 32। ਤੇ ਜੇ ਕੋਈ ਕਾਲ ਆਵੇ ਜਾਂ ਕੋਈ ਗੱਲ ਆਵੇ ਜਾਂ ਵੈਸੇ ਵੀ ਅਨਆਫੀਸ਼ੀਅਲੀ ਵੀ ਕੋਈ ਕਾਲ ਆਵੇ ਤਾਂ ਉਸ ਲਈ ਤੁਰੰਤ ਡਿਸਕਸ ਹੁੰਦੀ ਹੈ। ਪਰ ਹਾਲਾਂ ਤੱਕ ਕੋਈ ਐਸੀ ਗੱਲ ਨਹੀਂ ਹੈ, ਨਾ ਕੋਈ ਕਾਲ ਮੈਨੂੰ ਆਈ ਹੈ ਤੇ ਨਾ ਸਾਡੇ ਕਿਸੇ ਸਾਥੀਆਂ ਨੂੰ ਆਈ ਹੈ। ਜਦੋਂ ਆਏਗੀ ਓਪਨ ਦੱਸਾਂਗੇ, ਇਹ 'ਚ ਲੁਕ ਲੁਕੋ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਲੋਕਾਂ ਦੀ ਰਾਏ ਦੇ ਨਾਲ ਇਹ ਲੜਾਈ ਲੜ ਰਹੇ ਹਾਂ, ਜਿਹੜੀ ਆਮ ਕਿਸਾਨਾਂ ਦੀ ਸ਼ਮੂਲੀਅਤ ਨਾਲ ਲੜਾਈ ਲੜ ਰਹੇ ਹਾਂ। ਬੇਸ਼ੱਕ ਸਾਨੂੰ ਉਹਨਾਂ ਨੇ ਆਗੂ ਮੰਨ ਕੇ ਅੱਗੇ ਕੀਤਾ ਹੋਇਆ ਹੈ, ਪਰ ਹਰ ਇੱਕ ਕਿਸਾਨ ਜਿਹੜਾ ਇੱਥੇ ਬੈਠਾ ਉਹ ਹਿੱਸੇਦਾਰ ਹੈ ਇਸ ਅੰਦੋਲਨ ਦਾ। ਉਹਨੂੰ ਹੱਕ ਬਣਦਾ ਕਿ ਉਹਨੂੰ ਸਾਰੀ ਜਾਣਕਾਰੀ ਹੋਵੇ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਜਾਣਕਾਰੀ ਬਿਲਕੁਲ ਉਸੇ ਵੇਲੇ ਉਪਲਬਧ ਕਰਾਵਾਂਗੇ। ਜੇ ਸਰਕਾਰ ਵੱਲੋਂ ਕਿਤੇ ਇਦਾਂ ਦੀ ਗੱਲ ਆਉਂਦੀ ਹੈ ਤੇ ਉਸੇ ਵੇਲੇ ਜਾਣਕਾਰੀ ਦੇਵਾਂਗੇ ਵੀ ਆਹ ਗੱਲ ਸਾਡੇ ਨੋਟ 'ਚ ਆਈ ਹੈ, ਅੱਗੇ ਸਰਕਾਰ ਨੇ ਸਾਨੂੰ ਕਾਲ ਕੀਤੀ ਹੈ, ਜਾਨੂੰ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ। ਪਰ ਹਾਲੇ ਤੱਕ ਕੋਈ ਇਦਾਂ ਦੀ ਕਾਲ ਨਹੀਂ ਆਈ। ਜੇ ਕਾਲ ਆਏਗੀ ਤਾਂ ਜ਼ਰੂਰ ਦੱਸਾਂਗੇ। ਰਾਏ ਸਾਹਿਬ, ਅਗਲੀ ਗੱਲ ਤੇ ਆਉਂਦੇ ਆ। ਸਰਕਾਰ ਨੇ ਹਰ ਤਰੀਕੇ ਨਾਲ ਅੰਦੋਲਨ ਨੂੰ ਫੇਲ ਕਰਨ ਦੀ ਕਹਿ ਲਈਏ ਜਾਂ ਅੰਦੋਲਨ ਨੂੰ ਮਾੜੇ ਨਜ਼ਰੀਏ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ। ਇਸ ਵੇਲੇ ਕਰੋਨਾ ਦਾ ਟਾਈਮ ਚੱਲ ਰਿਹਾ, ਬਹੁਤ ਮੰਦਭਾਗਾ ਟਾਈਮ ਹੈ ਆਮ ਪਬਲਿਕ ਦੇ ਉੱਪਰ। ਸਰਕਾਰ ਨੇ ਇੱਥੋਂ ਤੱਕ ਵੀ ਅੰਦੋਲਨ ਦੇ ਉੱਪਰ ਇਲਜ਼ਾਮ ਲਾਏ ਕਿ ਆਕਸੀਜਨ ਇਸ ਕਰਕੇ ਡਿਲੇ ਹੋ ਰਹੀ ਹੈ ਕਿ ਰਸਤਾ ਨਹੀਂ ਦਿੰਦੇ। ਉਹ ਵੀ ਅਸੀਂ ਵੱਧ ਤੋਂ ਵੱਧ 12-14 ਘੰਟਿਆਂ ਦੇ ਵਿੱਚ ਸਰਕਾਰ ਦੇ ਮੂੰਹ ਤੇ ਪੁੱਠੀ ਚਪੇੜ ਮਾਰੀ, ਦਿਖਾਤਾ ਕਿ ਆਹ ਦੇਖੋ ਕਿਸ ਤਰੀਕੇ ਨਾਲ ਰਸਤੇ ਦਿੱਤੇ ਜਾ ਰਹੇ ਤੇ ਕਿਸ ਤਰੀਕੇ ਨਾਲ ਸਰਕਾਰ ਜਾਣ ਬੁੱਝ ਕੇ ਆਕਸੀਜਨ ਦੇ ਟਰਾਲੇ ਇੱਧਰ ਨੂੰ ਡਿਵਰਟ ਕਰਦੀ ਆ। ਹੋਰ ਵੀ ਰਸਤੇ ਹੈ ਨੇ, ਫਿਰ ਵੀ ਅਸੀਂ ਕੋਈ ਤੰਗੀ ਨਹੀਂ ਆਉਣ ਦਿੱਤੀ। ਜੋ ਕਰੋਨਾ ਦੇ ਕਰਕੇ ਇੰਨੀਆਂ ਜਾਨਾਂ ਜਾ ਰਹੀਆਂ ਨੇ, ਸਰਕਾਰ ਦੇ ਪ੍ਰਬੰਧ ਨੂੰ ਲੈ ਕੇ ਜੋ ਲੋਕ ਸਵਾਲ ਉਠਾ ਰਹੇ ਨੇ, ਜਿੰਨੀਆਂ ਵੀਡੀਓਜ਼ ਹਸਪੀਟਲਾਂ ਦੇ ਵਿੱਚੋਂ ਆ ਰਹੀਆਂ ਨੇ, ਉਹਦੇ ਉੱਪਰ ਸਰਕਾਰ ਨੂੰ ਕੀ ਫਟਕਾਰ ਪਾਉਣਾ ਚਾਹੁੰਦੇ ਹੋ? ਵੇਖੋ, ਮੈਂ ਇਹ ਗੱਲ ਆਖਾਂਗਾ ਕਿ ਸਰਕਾਰ ਦੇ ਕੋਲ ਕੋਈ ਨੀਤੀ ਹੈ ਨਹੀਂ ਆਪਣੇ ਲੋਕਾਂ ਦੀ, ਭਾਰਤ ਦੇ ਲੋਕਾਂ ਦੀ, ਦੇਸ਼ ਦੇ ਲੋਕਾਂ ਦੀ ਸਿਹਤ ਦੀ ਰੱਖਿਆ ਕਿਵੇਂ ਕਰਨੀ ਹੈ, ਹੈਲਥ ਦੀ ਰੱਖਿਆ ਕਿਵੇਂ ਕਰਨੀ ਹੈ। ਹੁਣ ਤੱਕ ਸਰਕਾਰ ਇਹਦੇ ਲਈ ਕੋਈ ਠੋਸ ਨੀਤੀ ਬਣਾ ਹੀ ਨਹੀਂ ਸਕੀ। ਇਹਨਾਂ ਨੇ ਨੀਤੀਆਂ ਕੀ ਬਣਾਈਆਂ ਨੇ? ਵੱਡੇ ਵੱਡੇ ਬੁੱਤ ਬਣਾਤੇ, ਬੜੇ ਕੋਈ ਜਹਾਜ਼ ਖਰੀਦ ਲਿਆ ਪ੍ਰਧਾਨ ਮੰਤਰੀ ਲਈ। ਹੁਣ ਪਤਾ ਲੱਗ ਰਿਹਾ ਹੈ ਕਿ ਇਹਨਾਂ ਨੇ ਉਹਨਾਂ ਵਾਸਤੇ ਨਵੀਂ ਬਿਲਡਿੰਗ ਬਣ ਰਹੀ ਹੈ, ਇਹਨਾਂ ਦੀ ਅਸੈਂਬਲੀ ਦੀ, ਸੰਸਦ ਦੀ। ਸੋ ਇਸੇ ਤਰ੍ਹਾਂ ਬੀਜੇਪੀ ਹਾਊਸ ਨਵਾਂ ਬਣ ਰਿਹਾ ਹੈ, ਪ੍ਰਧਾਨ ਮੰਤਰੀ ਹਾਊਸ ਨਵਾਂ ਬਣ ਰਿਹਾ ਹੈ। ਉਹ 30,000 ਕਰੋੜ ਰੁਪਈਆ ਜੋ ਪਤਾ ਲੱਗ ਰਿਹਾ ਹੈ ਉਹ ਵੇਸਟ ਆਫ ਮਨੀ ਜਿਹਨੂੰ ਕਹਿ ਦਈਏ ਖਰਚ ਰਹੇ ਨੇ। ਮੈਂ ਸਮਝਦਾ ਵੀ ਜੇਕਰ ਉਹਦੇ ਵਿੱਚੋਂ ਅੱਧਾ ਵੀ ਹੈਲਥ ਤੇ ਲਾ ਦਿੰਦੇ, 15,000 ਕਰੋੜ, 10-10 ਕਰੋੜ ਦੇ ਹਸਪੀਟਲ ਖੋਲਦੇ, ਤੇ ਮੈਂ ਸਮਝਦਾ ਵੀ
ਉਹਦੇ ਵਿੱਚ ਕਈ ਹਸਪਤਾਲ ਸੈਂਕੜਿਆਂ ਦੇ ਹਿਸਾਬ ਨਾਲ ਖੁੱਲ੍ਹ ਜਾਣੇ ਸੀ ਔਰ ਹਰ ਇੱਕ ਕੰਸਟੀਚੁਐਂਸੀ ਨੂੰ ਘੱਟ ਤੋਂ ਘੱਟ ਕਹਿ ਦੇਵਾਂਗੇ ਵੀ 3-3 4-4 ਹਸਪੀਟਲ ਇਹ ਦੇ ਸਕਦੇ ਸੀ। ਜੇ 500 ਇਹਨਾਂ ਦੀ 550 ਕੰਸਟੀਚੁਐਂਸੀ ਹੈ MP ਦੀ, ਵੱਡੀ ਸੇਵਾ ਲੋਕਾਂ ਦੀ ਕਰ ਸਕਦੇ ਸਨ। ਪਰ ਉਧਰ ਨੂੰ ਤਾਂ ਨੀਤੀ ਹੈ ਹੀ ਨਹੀਂ ਇਹਨਾਂ ਦੀ ਕੋਈ, ਲੋਕਾਂ ਪ੍ਰਤੀ, ਆਮ ਵਰਗ ਪ੍ਰਤੀ, ਸਿਹਤ ਪੱਖੋਂ ਜਾਂ ਲੋਕਾਂ ਦੇ ਰੁਜ਼ਗਾਰ ਪੱਖੋਂ, ਲੋਕਾਂ ਦੇ ਰਹਿਣ ਸਹਿਣ ਪੱਖੋਂ ਕੋਈ ਨੀਤੀ ਨਹੀਂ ਸਰਕਾਰ ਦੀ। ਮੈਂ ਕਹਾਂਗਾ ਬੜੇ ਬੜੇ ਨੀਤੀ ਘਾੜੇ ਨਹੀਂ ਆਪਣੇ ਕੋਲ ਰੱਖੇ ਹੋਏ ਨੇ, ਕਰੋੜਾਂ ਰੁਪਈਆ ਉਹਨਾਂ ਤੇ ਸੈਲਰੀ ਖਰਚ ਰਹੇ ਨੇ, ਤਨਖਾਹ ਦੇ ਰਹੇ ਨੇ, ਪਰ ਨੀਤੀ ਹਾਲੇ ਤੱਕ ਕੋਈ ਨਹੀਂ ਆਈ। ਸਰਕਾਰ ਦੀ ਨੀਤੀ ਬਿਲਕੁਲ ਨਹੀਂ ਹੈ। ਦੂਜੀ ਗੱਲ ਮੈਂ ਇਹਦੇ ਨਾਲ ਕਹਾਂਗਾ, ਨੀਅਤ ਵੀ ਹੈ ਨਹੀਂ। ਨੀਤੀ ਤਾਂ ਜਿਹੜੀ ਹੈ ਹੀ ਨਹੀਂ, ਪਰ ਇਹਨਾਂ ਦੀ ਨੀਅਤ ਵੀ ਹੈ ਨਹੀਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਕੀ ਚਾਹੁੰਦੇ ਨੇ। ਮੈਂ ਬੰਗਾਲ 'ਚ ਗਿਆ ਸੀ 10 ਮਾਰਚ ਨੂੰ, ਇਲੈਕਸ਼ਨ ਤੋਂ ਪਹਿਲਾਂ। ਉੱਥੇ ਜਦੋਂ ਫੀਲਡ ਦੀ ਰਿਪੋਰਟ ਲਈ, ਜਿਹੜੇ ਉੱਥੇ ਕਿਸਾਨ ਨੇ ਨਾ 15 ਤੋਂ 20 ਵਿਗੇ ਦੇ ਮਾਲਕ, ਉਹਨਾਂ ਦੇ ਪੈਰਾਂ ਨੂੰ ਚੱਪਲ ਹੈ ਨਹੀਂ, ਫਟੀ ਹੋਈ ਧੋਤੀ ਹੈ। ਇਹ ਇਦਾਂ ਦਾ ਅਧਮਰਿਆ ਜਿਹਾ ਭੁੱਖ ਦਾ ਮਾਰਿਆ ਹੋਇਆ ਕਿਸਾਨ ਉਹ ਲੱਭ ਰਹੇ ਨੇ। ਇਹ ਚਾਹੁੰਦੇ ਨੇ ਪੂਰੇ ਦੇਸ਼ ਦਾ ਕਿਸਾਨ ਇਦਾਂ ਦਾ ਹੋਵੇ। ਤੇ ਫਿਰ ਕੀ ਕਰੀਏ? ਫਿਰ ਆਪਣੀ ਮਨਮਰਜ਼ੀ ਕਰੀਏ, ਪੈਸਾ ਸਾਰਾ ਅਸੀਂ ਦੱਬ ਲਈਏ। ਨੀਅਤ ਬੇਈਮਾਨ ਹੈ। ਫਿਰ ਉਹਨਾਂ ਨੂੰ ਅਸੀਂ ਆਪਣੇ ਰਹਿਮੋ ਕਰਮ ਤੇ ਉਹ ਜਿਉਂਦੇ ਹੋਣ ਸਾਡੇ ਸਰਕਾਰ ਦੇ, ਵੀ ਜਿਹੜਾ 2000 ਰੁਪਈਆ 4 ਮਹੀਨੇ ਪਾਤਾ ਉਹ 'ਚ ਖੁਸ਼ ਰਵੇ। ਤੇ ਉਹਦੀ ਜਿਹੜੀ ਨੀਅਤ ਇਹਨਾਂ ਦੀ ਉਹ ਇਹ ਹੈ। ਇਸ ਕਰਕੇ ਇਹਨਾਂ ਦੀ ਨੀਅਤ ਤੇ ਨੀਤੀ ਦੋਵੇਂ ਹੀ ਜਿਹੜੀਆਂ ਨੇ ਉਹ ਹੁਣ ਤੱਕ ਕੋਈ ਨਜ਼ਰ ਨਹੀਂ ਆ ਰਿਹਾ। ਨੀਅਤ 'ਚ ਵੀ ਫਰਕ ਤੇ ਨੀਤੀ 'ਚ ਵੀ ਫਰਕ ਹੈ। ਇਸ ਕਰਕੇ ਆ ਜਿਹੜੀ ਕਰੋਨਾ ਵਾਲੀ ਗੱਲ ਹੈ, ਤੁਸੀਂ ਵੇਖੋ ਜੇ ਕੋਈ ਨੀਤੀ ਹੁੰਦੀ, ਇੱਕ ਦੇਸ਼ ਦੇ ਵਿੱਚ ਕਿੰਨੀ ਹਾਹਾਕਾਰ ਮਚੀ ਵੀ ਸਾਨੂੰ ਜਿਹੜੇ ਛੋਟੇ ਛੋਟੇ ਮੁਲਕ ਨੇ, ਸਿੰਗਾਪੁਰ ਵਰਗੇ, ਉਹਨਾਂ ਨੇ ਵੀ ਮਾਲੀਆ ਮਦਦ ਦਿੱਤੀ ਆ। ਜਿੰਨਾ ਗਰੀਬ ਬਣਾਤਾ ਇਹਨਾਂ ਨੇ ਦੇਸ਼, ਉਹ ਆਕਸੀਜਨ ਵਾਸਤੇ ਉਹ ਵੀ ਪੈਸੇ ਭੇਜ ਰਹੇ ਨੇ, ਆਕਸੀਜਨ ਭੇਜ ਰਹੇ ਨੇ। ਇਹਨਾਂ ਕੋਲ ਆਕਸੀਜਨ ਨਹੀਂ ਪੈਦਾ ਹੋ ਸਕੀ। ਫਿਰ ਇਹਨਾਂ ਦੀ ਨੀਤ ਜਿਹੜੀ ਆ ਤੇ ਨੀਤੀ ਉਹ ਕਿੱਥੇ ਗਈ? ਨੀਤੀ ਇਹਨਾਂ ਦੀ ਬਿਲਕੁਲ ਖਤਮ ਹੋ ਗਈ। ਮੈਂ ਸਮਝਦਾ ਜਿਹੜੀ ਤੁਸੀਂ ਗੱਲ ਪਹਿਲਾਂ ਸਵਾਲ ਕੀਤਾ ਸੀ ਵੀ ਇੱਥੋਂ ਹੀ ਨਹੀਂ ਬਦਨਾਮ ਕੀਤਾ ਅੰਦੋਲਨ ਨੂੰ ਵੀ ਇਹ ਲੰਘਣ ਨਹੀਂ ਦਿੰਦੇ, ਅਸੀਂ ਤਾਂ ਜੀ ਐਂਬੂਲੈਂਸ ਲਿਜਾਣੀਆਂ, ਆਕਸੀਜਨ ਲਿਜਾਣੀ। ਆਕਸੀਜਨ ਤਾਂ ਹੈ ਹੀ ਨਹੀਂ ਲਿਜਾਣ ਨੂੰ, ਖਾਲੀ ਐਂਬੂਲੈਂਸ ਘੁਮਾਈ ਫਿਰਦੇ ਨੇ। ਆਕਸੀਜਨ ਪੂਰੀ ਨਹੀਂ ਹੋਈ, ਨਾ ਇਹਨਾਂ ਤੋਂ ਬੈੱਡ ਪੂਰੇ ਹੋਏ। ਈਵਨ ਇੱਥੇ ਤੱਕ ਪਤਾ ਲੱਗਿਆ ਵੀ ਦਿੱਲੀ ਦੇ ਵਿੱਚ ਜਿਹੜੀਆਂ ਡੈਥ ਹੋ ਗਈਆਂ ਉਹਨਾਂ ਦੇ ਸੰਸਕਾਰ ਦਾ ਇੰਤਜ਼ਾਮ ਨਹੀਂ ਕਰ ਸਕੇ। ਔਰ ਉਹ ਵੀ ਜਿਹੜਾ ਸਾਡੇ ਅੰਦੋਲਨ ਦੇ ਜਿਹੜੇ ਸਾਥੀ ਸਨ, ਸਾਡੀ ਕੌਮ ਦੇ ਸਾਥੀ ਸਨ, ਉਹਨਾਂ ਨੇ ਉਪਲਬਧ ਕਰਾਈਆਂ, ਆਕਸੀਜਨ ਦੇ ਲੰਗਰ ਲਾਏ, ਸੰਸਕਾਰਾਂ 'ਚ ਹੈਲਪ ਕੀਤੀ। ਫਿਰ ਤੁਸੀਂ ਦੇਖੋ ਵੀ ਇਹਨਾਂ ਦੀ ਨੀਤੀ ਜਿਹੜੀ ਨੀਤੀ ਹੈ ਕਿੱਥੇ? ਲੋਕਾਂ ਪ੍ਰਤੀ ਕੋਈ ਨੀਤੀ ਨਹੀਂ ਹੈ। ਤੇ ਉਹ ਅੱਜ ਮੈਂ ਕਹਾਂ ਉਹ ਪੂਰੇ ਦਾ ਪੂਰਾ ਦੋਸ਼ ਜਿੰਨੀਆਂ ਹੁਣ ਤੱਕ ਮੌਤਾਂ ਕਰੋਨਾ ਨਾਲ ਹੋਈਆਂ ਨੇ, ਉਹ ਕਿਸੇ ਮੇਰੇ ਮੈਂ ਇੱਕ ਦਿਨ ਅਖਬਾਰ 'ਚ ਪੜ੍ਹ ਰਿਹਾ ਸੀ, ਮੈਂ ਤੇ ਵਟਸਐਪ 'ਤੇ ਚੈੱਕ ਕਰ ਰਿਹਾ ਸੀ, ਕਿਸੇ ਜੱਜ ਨੇ ਵੀ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਮਰਡਰ ਹੈ। ਤੁਸੀਂ ਆਕਸੀਜਨ ਨਹੀਂ ਉਪਲਬਧ ਕਰਾ ਸਕਦੇ ਲੋਕਾਂ ਨੂੰ, ਤੁਸੀਂ ਸਰਕਾਰ ਦੇ ਵਿੱਚ ਬੈਠੇ ਹੋ ਤੇ ਲੋਕਾਂ ਦੀ ਮੌਤ ਹੋ ਰਹੀ ਹੈ। ਕੌਣ ਜ਼ਿੰਮੇਵਾਰ ਹੈ ਉਸ ਮੌਤ ਦਾ? ਸਰਕਾਰ ਜ਼ਿੰਮੇਵਾਰ ਹੈ। ਇਹ ਬਿਲਕੁਲ ਬਿਮਾਰੀ ਨਾਲ ਨਹੀਂ ਮਰ ਰਹੇ, ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਮਰ ਰਿਹਾ, ਕਿਉਂਕਿ ਨਾ ਤਾਂ ਇਹਨਾਂ ਦੇ ਕੋਲ ਪੂਰਾ ਸਿਸਟਮ ਹਸਪਤਾਲਾਂ ਦਾ, ਨਾ ਆਕਸੀਜਨ ਦਾ, ਔਰ ਉਹਦੇ ਕਰਕੇ ਲੋਕਾਂ ਦੀ ਡੈਥ ਹੋ ਰਹੀ ਹੈ। ਜਿਹਦੇ ਕਾਤਲ ਇਹ ਨੇ, ਜਿਹੜੀ ਸੈਂਟਰ ਦੇ ਵਿੱਚ ਕੇਂਦਰ ਸਰਕਾਰ ਬੈਠੀ, ਇਹ ਕਾਤਲ ਨੇ। ਇੱਕ ਤੁਸੀਂ ਨੀਤੀ ਦੀ ਗੱਲ ਕੀਤੀ, ਨੀਤੀ ਇਹਨਾਂ ਕੋਲੇ ਹੈ ਜੀ। ਇੱਕ ਤਾਂ ਦੁਬਈ ਤੋਂ ਬਾਹਰਲੇ ਦੇਸ਼ਾਂ 'ਚ ਕੋਈ ਆਕਸੀਜਨ ਦੀ ਮਦਦ ਆਈ, ਉਹਦੇ ਉੱਪਰ ਵੀ ਇਹਨਾਂ ਰਿਲਾਇੰਸ ਦੇ ਸਟicker ਲਾ ਦਿੱਤੇ। ਤੇ ਇਹ ਜਿਹੜੀ ਨੀਤੀ ਹੈ ਇਹਨਾਂ ਕੋਲ ਦੋਹਰੇਪਨ ਦੀ ਨੀਤੀ ਜਿਹੜੀ ਹੈਗੀ ਆ, ਉਹ ਹਰ ਥਾਂ ਅਪਣਾਉਂਦੇ ਨੇ। ਮੈਂ ਛੋਟੀ ਜਿਹੀ ਗੱਲ ਤੁਹਾਡੀ ਨੂੰ ਸੌਰੀ ਟੋਕਦਾ, ਉਹ ਬਿਲਕੁਲ ਕਲੀਅਰ ਕੱਟ ਹੈ ਜੀ ਭਈ ਅੱਜ ਜਿਹੜੇ ਹਾਲਾਤ ਪੈਦਾ ਹੋਏ ਨੇ, ਇਹ ਐਂ ਹੀ ਥੋੜ੍ਹਾ ਅਡਾਨੀ ਤੇ ਬਾਨੀ ਦਾ ਨਾਂ ਲਈ ਜਾਂਦੇ ਨੇ ਲੋਕ। ਕਿਤੇ ਨਾ ਕਿਤੇ ਉਹ ਕਹਿੰਦੇ ਵੀ ਕਿਤੇ ਨਾ ਕਿਤੇ ਅੱਗ ਸੁਲਗਦੀ ਆ ਤੇ ਤਾਂ ਹੀ ਧੂੰਆਂ ਬਾਹਰ ਆਉਂਦਾ ਹੈ। ਬਿਲਕੁਲ ਤੁਸੀਂ ਦੇਖੋ, ਮੈਂ ਛੋਟੀ ਜਿਹੀ ਗੱਲ ਜੋੜ ਦਿਆਂਗਾ ਵੀ ਕਾਨੂੰਨ ਜਿਹੜੇ ਆ ਲਿਆਂਦੇ ਨੇ, ਨਹੀਂ ਕਾਲੇ ਕਾਨੂੰਨ ਜਿਹਨਾਂ ਨੂੰ ਕਹਿੰਦੇ ਆਪਾਂ, ਇਹ ਕਹਿੰਦੇ ਕੀ ਕਾਲਾ, ਮੈਂ ਦੱਸਣਾ ਚਾਹੁੰਦਾ ਕਿਵੇਂ ਕਾਲੇ ਨੇ ਜੀ। ਇਹ ਆਪਣੇ 5 ਜੂਨ 2020 ਚ ਆਉਂਦੇ ਨੇ, ਪਰ ਇਹਨਾਂ ਦੀ ਜਿਹੜੀ ਕਣਕ ਸਟਾਕ ਕਰਨੇ ਵਾਸਤੇ ਸੈਲੋ ਬਣਦੇ ਨੇ, ਉਹ ਸਤੰਬਰ 2019 ਚ ਬਣ ਜਾਂਦੇ ਨੇ। ਤਾਂ ਫਿਰ ਕਾਲੋ ਨਹੀਂ ਹੋ ਗਈ ਇਹਨਾਂ ਦਾ, ਤਾਂ ਪੂਰਾ ਦਿਲ ਹੀ ਕਾਲਾ, ਬੀਜੇਪੀ ਦਾ ਅੰਦਰ ਹੀ ਕਾਲਾ ਹੈ, ਸਰਕਾਰ ਦਾ ਅੰਦਰ ਹੀ ਕਾਲਾ ਹੈ, ਤੇ ਫਿਰ ਕਾਨੂੰਨ ਵੀ ਨਹੀਂ ਲਿਆਂਦੇ ਜਿਹੜੇ ਕਾਲੇ। ਸੋ ਇਸ ਕਰਕੇ ਇਹ ਵੱਡੀ ਜਿਹੜੀ ਗੱਲ ਹੈ, ਇਹ ਜਿਹੜੀ ਤੁਸੀਂ ਗੱਲ ਆਖੀ ਹੈ, ਜੋ ਕੁਝ ਹੁਣ ਭਾਰਤ ਦੇ ਵਿੱਚ ਆਉਂਦਾ ਹੈ ਨਾ, ਜੇਕਰ ਕੋਈ ਬੋਰੇ ਬਣ ਕੇ ਆਉਂਦੇ ਨੇ ਪੈਕ ਕਰਨੇ ਨੂੰ ਕਣਕ, ਉਹ ਤੇ ਵੀ
ਅਡਾਨੀ ਤੇ ਅਬਾਨੀ ਮਾਰਕਾ, ਬਿਲਕੁਲ ਤੁਹਾਡੀਆਂ ਟ੍ਰੇਨਾਂ ਤੇ ਵੀ ਹੁਣ ਅਡਾਨੀ ਅਬਾਨੀ ਮਾਰਕਾ, ਤੁਹਾਡੇ 에ਅਰਪੋਰਟਾਂ ਤੇ ਵੀ ਅਡਾਨੀ ਅਬਾਨੀ ਮਾਰਕਾ, ਹੁਣ ਤਾਂ LIC ਦੇ ਸ਼ੇਅਰ ਵੀ ਜਿਹੜੇ ਉਹ ਵੀ ਮਾਰਕਾ ਅਡਾਨੀ ਤੇ ਅਬਾਨੀ, ਇੰਡੀਅਨ ਆਇਲ ਦੇ ਉੱਪਰ ਆ ਗਿਆ, ਇੰਡੀਅਨ ਆਇਲ ਤੇ ਉੱਪਰ ਆ ਗਿਆ। ਸੋ ਸਾਰਾ ਕੁਝ ਜਿਹੜਾ ਇਹ ਪੂਰੇ ਦਾ ਪੂਰਾ ਦੇਸ਼ ਨਹੀਂ ਗਿਰਵੇ ਕਰਤਾ। ਦਰਅਸਲ ਇਹਨਾਂ ਦੀ ਪਾਲਿਸੀ ਆ, ਜਿਹੜੀ ਨੀਤੀ ਹੈ, ਇਹ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਨੀਤੀ ਹੈ। ਇਹਨਾਂ ਦੀ ਨੀਤੀ ਕੀ ਹੈ ਵੀ ਦੇਸ਼ ਦਾ ਸਾਰਾ ਪੈਸਾ, ਉਹ ਦੋ ਘਰਾਣੇ ਜਿਹੜੇ ਇਹਨਾਂ ਦੇ ਆਖੇ ਚੱਲਦੇ ਨੇ, ਸਾਰੇ ਦੇਸ਼ ਦਾ ਪੈਸਾ, ਸਾਰੇ ਦੇਸ਼ ਦੀ ਪੂੰਜੀ ਉਹਨਾਂ ਕੋ ਹੋਵੇ, ਜਿਹੜੀ ਸੱਤਾ ਆ ਉਹ BJP ਕੋ ਹੋਵੇ, ਤੇ ਉਹ ਫਿਰ ਪ੍ਰਮੋਟ ਕਰਨ ਉਹਨੂੰ ਉਹ ਪੂੰਜੀਪਤੀ, ਜਿਵੇਂ ਆਪਾਂ ਗੋਦੀ ਮੀਡੀਆ ਕਹਿੰਦੇ ਉਵੇਂ ਥੋੜ੍ਹਾ ਬਣ ਗਿਆ। ਉਹ ਸਾਰੇ ਚੈਨਲਾਂ ਨੂੰ ਵੱਡੀ ਪੈਸੇ ਦਿੱਤੇ ਨੇ, ਕਰਪਸ਼ਨ ਹੈ ਵੱਡੀ, ਉਹਨਾਂ ਨੂੰ ਮੋਟਾ ਰੁਪਈਆ ਦਿੱਤਾ ਗਿਆ, ਉਹ ਵਿਕੇ ਨੇ, ਉਹ ਵਿਕੇ ਹੋਏ ਨੇ। ਉਹ ਕਿਤੇ ਮੋਦੀ ਨੇ ਪੈਸੇ ਥੋੜੀ ਦਿੱਤੇ ਨੇ, ਉਹ ਪੈਸੇ ਦਿੱਤੇ ਨੇ ਅਡਾਨੀ ਤੇ ਅਬਾਨੀਆਂ ਨੇ, ਇਹਨਾਂ ਦੀ ਨੀਤੀ ਨੇ ਦਿੱਤੇ ਨੇ। ਇਹਨਾਂ ਦੀ ਉਹ ਨੀਤੀ ਨੇ ਜਿਹੜੀ ਨੀਤੀ ਆਪਣੇ ਇਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਬਣਾਈ ਜਾ ਰਹੀ ਹੈ। ਲਾਸਟ ਤੇ ਸਵਾਲ ਹੈ ਜੀ, ਕਹਿੰਦੇ ਜੋੜੀ ਬਹੁਤ ਮਸ਼ਹੂਰ ਹੈ ਮੋਦੀ ਅਮਿਤ ਸ਼ਾਹ ਦੀ, ਕਿ ਜਿਹੜਾ ਇੱਕ ਵਾਰ ਫੈਸਲਾ ਕਰ ਲੈਂਦੀ ਹੈ ਉਸ ਤੋਂ ਪਿੱਛੇ ਨਹੀਂ ਹਟਦੀ। ਕੀ ਇਹ ਜਿਹੜੀ ਕਹਾਵਤ ਹੈ ਇਸ ਵਾਰੀ ਝੂਠੀ ਹੋ ਜੂ? ਮੈਂ ਇੱਕ ਗੱਲ ਕਹਾਂਗਾ ਵੀ ਜਿਹੜੀ ਕੌਮ ਨਾਲ ਪੰਗਾ ਪਾ ਲਿਆ ਇਹਨਾਂ ਨੇ, ਇਹ ਵੀ ਜਿਹੜਾ ਫੈਸਲਾ ਕਰ ਲੈਂਦੇ ਕਦੇ ਪਿੱਛੇ ਨਹੀਂ ਮੁੜਦੇ, ਇੱਕ ਕਦਮ ਨਹੀਂ ਪਿੱਛੇ ਜਾਂਦੇ। ਤੇ ਹੁਣ ਇਦਾਂ ਆ ਵੀ ਉਹ ਪਿੱਛੇ ਤਾਂ ਨਾ ਮੁੜਨ, ਪੂਰੀ ਦੀ ਪੂਰੀ BJP ਨੂੰ ਪਿੱਛੇ ਮੋੜ ਕੇ ਜਾਵਾਂਗੇ ਹੁਣ ਪੂਰੇ ਭਾਰਤ ਦੇ ਵਿੱਚੋਂ। ਸਾਰੇ ਦਾ ਸਾਰੀ ਇਹਨਾਂ ਦੀ ਜਿੰਨੀ ਹੁਣ ਕੱਲਾ, ਮੈਂ ਉਹ ਕਹਿੰਦੇ ਹੁੰਦੇ ਨਾ ਵੀ ਪੰਜਾਬੀ ਦੀ ਕਹਾਵਤ ਹੈ, ਨਾਂਗਾ ਮਾਰੇ ਚਾਂਗਾ ਬੇੜੀ ਡੋਬਣ ਨੂੰ। ਉਹ ਹੁਣ ਇਹ ਆ ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਇਹ ਬੇੜੀ 'ਚ ਹੁਣ ਟੱਪ ਰਹੇ ਇਹਨਾਂ ਦੀ 'ਚ। ਉਹ ਹੌਲੀ ਹੌਲੀ BJP ਦੀ ਪੂਰੀ ਬੇੜੀ ਨੂੰ ਸਮੁੰਦਰ ਦੇ ਵਿੱਚ ਡੋਬ ਕੇ ਜਾਣਗੇ। ਔਰ ਉਹ ਕਿਨਾਰੇ ਤੇ ਅਸੀਂ ਨਹੀਂ ਲੱਗਣ ਦੇਣੀ, ਅਸੀਂ ਖੜੇ ਹੁਣ ਕਿਨਾਰੇ ਤੇ ਵੀ ਆਓ ਹੁਣ ਭਾਈ, ਜੇ ਤੁਸੀਂ ਸਾਡੀ ਬੇੜੀ ਡੋਬੋਗੇ ਤਾਂ ਅਸੀਂ ਤੁਹਾਨੂੰ ਕਿਨਾਰੇ ਦੇ ਉੱਪਰ ਨਹੀਂ ਜਾਣਾ, ਹੁਣ ਵਿੱਚੇ ਘੁੰਮੀ ਜਾਓ। ਤੇ ਉਹ ਇਸ ਕਰਕੇ ਇਹਨਾਂ ਨੂੰ ਬਿਲਕੁਲ ਇਹ ਗੱਲ ਕਲੀਅਰ ਕੱਟ ਹੈ ਵੀ ਇਹ ਜਿਹੜੇ ਦੋ ਸ਼ਖਸ ਨੇ, ਕਿਤੇ ਨਾ ਕਿਤੇ ਗੱਲ ਵੀ ਚੱਲ ਰਹੀ ਹੈ ਇਹਨਾਂ ਦੀ। ਇਹ ਮੈਨੂੰ ਜੋ ਪਤਾ ਲੱਗਿਆ, ਕਿਉਂਕਿ ਪ੍ਰੈਸ ਵਾਲੇ ਵੀਰ ਦੱਸ ਦਿੰਦੇ ਨੇ ਬਿਲਕੁਲ ਪਹੁੰਚ ਵੀ ਅੰਦਰ ਇਹਨਾਂ ਦੇ ਘਮਸਾਨ ਮਚਿਆ ਹੋਇਆ ਵੀ ਜਿਹੜਾ 70 ਸਾਲ ਦੇ ਵਿੱਚ ਇਹਨਾਂ ਨੇ ਤੰਤਰ ਖੜਾ ਕੀਤਾ ਸੀ BJP ਨੇ ਆਪਣੀ ਸੱਤਾ ਕਾਬਜ ਹੋਣ ਲਈ ਭਾਰਤ ਦੇ ਵਿੱਚ। ਜਿਵੇਂ ਕਹਿੰਦੇ ਹੁੰਦੇ ਸੀ ਵੀ ਕਾਂਗਰਸ ਮੁਕਤ ਭਾਰਤ ਕਰਨਾ, ਕਾਂਗਰਸ ਮੁਕਤ ਨਹੀਂ ਸੀ ਭਾਰਤ, ਉਹ ਸਾਰੀ ਦੁਨੀਆ ਦੇ ਵਿੱਚ ਹੀ ਨਹੀਂ ਆਪਣਾ ਤੰਤਰ ਭਾਰਤ ਦੇ ਵਿੱਚ ਚਲਾ ਕੇ ਦੱਸਣਾ ਸੀ। ਸਾਰੇ ਲੋਕਾਂ ਦੇ ਜਿਹੜੇ ਮੂਹਰੇ ਲੜਾਕੇ ਲੋਕ ਲੜਨ ਵਾਲੇ ਨੇ ਆਪਣੇ ਹੱਕਾਂ ਲਈ, ਉਹਨਾਂ ਤੋਂ ਵੀ ਮੁਕਤ ਕਰ ਦੇਣਾ, ਗਰੀਬੜੇ ਜੇ ਕਰ ਦੇਣੇ ਜਿਹੜੇ ਇਹਨਾਂ ਦੇ ਸਹਾਰੇ ਤੇ ਜਿਉਣ। ਉਹ ਇੱਧਰ ਨੂੰ ਤੁਰੇ ਹੋਏ ਸੀ, ਇਹਨਾਂ ਦੀ ਪਾਲਿਸੀ ਸੀ, ਇਹ ਬੜੀ ਚਿਰਾਂ ਦੀ ਨੀਤੀ ਬਣ ਰਹੀ ਸੀ। ਪਰ ਅੱਜ ਕਿਤੇ ਨਾ ਕਿਤੇ ਉਹਨੂੰ ਢਾਹ ਵੱਜੀ ਹੈ ਇਸ ਅੰਦੋਲਨ ਨਾਲ। ਤੇ ਹੁਣ ਇਹ ਅਮਿਤ ਸ਼ਾਹ ਤੇ ਮੋਦੀ ਜਿਹੜੇ ਆ, ਮੈਂ ਤੁਹਾਨੂੰ ਦੱਸਾਂਗਾ ਵੀ ਇਹ ਇਕੱਲਾ ਫੈਸਲੇ ਨਹੀਂ ਪਿੱਛੇ ਨੂੰ ਲੈਣਗੇ, ਇਹ ਪੂਰੇ ਦੇ ਪੂਰੇ BJP ਪੂਰੀ ਦੀ ਪੂਰੀ ਪਿੱਛੇ ਜਾਏਗੀ। ਕਲੀਨ ਸਵੀਪ ਕਰ ਦਿਆਂਗੇ ਭਾਰਤ ਤੋਂ, BJP ਮੁਕਤ ਕਰ ਦਿਆਂਗੇ, ਭਾਰਤ BJP ਮੁਕਤ ਹੋਏਗਾ। ਬਹੁਤ ਬਹੁਤ ਧੰਨਵਾਦ। ਇਹ ਮਨਜੀਤ ਰਾਏ ਜੀ ਸਾਡੇ ਨਾਲ ਅੱਜ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚੇ ਨੇ। ਅੱਗੇ ਵੀ ਜਿਵੇਂ ਹੀ ਤੁਹਾਡੇ ਕੋਈ ਵੀ ਸਵਾਲ ਆਉਣਗੇ, ਜਿਵੇਂ ਹੀ ਪਬਲਿਕ ਦੇ ਵਿੱਚੋਂ ਕੋਈ ਆਵਾਜ਼ ਆਵੇਗੀ, ਅਸੀਂ ਉਹਦੇ ਤੁਹਾਡੇ ਜਵਾਬ ਜ਼रूर देंगे। धन्यवाद। सत श्री अकाल जी। इसी के साथ अगर आप इस वीडियो को फेसबुक पर देख रहे हैं तो पेज को ज़रूर लाइक करें। अगर आप इस वीडियो को यूट्यूब पे देख रहे हैं तो हमारे इस चैनल को सब्सक्राइब करें, साथ ही लगे बेल आइकन को भी दबाएं ताकि हर नोटिफिकेशन आप तक जल्द से जल्द पहुंच सके। हमारे साथ जुड़े रहने के लिए आपका तहे दिल से धन्यवाद। थैंक यू।